गुड मॉर्निंग स्टूडेंट्स। ਅੱਜ ਤੁਹਾਡੇ ਪੜਨ ਦਾ ਵਿਸ਼ਾ ਹੈ ਅਣਡਿੱਠਾ ਪੈਰਾ, ਜੋ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਅਤੇ ਇਸ ਵਿੱਚ ਤੁਸੀਂ ਪੈਰਾ ਪੜ੍ਹ ਕੇ ਉਸ ਦੇ ਉੱਤਰ ਦੇਣੇ ਹੁੰਦੇ ਹਨ, ਜੋ ਕਿ ਤੁਹਾਡੀ ਪੜਨ ਕੌਸ਼ਲ ਭਾਗ ਦੇ ਵਿੱਚ ਆਏਗਾ। ਅਣਡਿੱਠੇ ਪੈਰੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਆਂਦਾ ਵਾਰਤਕ ਤੇ ਇੱਕ ਆਂਦੀ ਕਾਵ ਟੁਕੜੀ। ਵਾਰਤਕ ਭਾਵ ਜਿਸ ਵਿੱਚ ਪੈਰਾ ਦਿੱਤਾ ਹੁੰਦਾ, ਇੱਕ ਪੈਸੇਜ ਦਿੱਤਾ ਹੁੰਦਾ ਹੈ, ਉਹਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ। ਅਤੇ ਕਾਵ ਟੁਕੜੀ ਭਾਵ ਜਿਸ ਵਿੱਚ ਕਵਿਤਾਵਾਂ ਦੀਆਂ ਕੁਝ ਸਤਰਾਂ ਦਿੱਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਹਨ। 9ਵੀਂ ਤੇ 10ਵੀਂ ਜਮਾਤ ਵਿੱਚ ਵਾਰਤਕ ਦਾ ਪ੍ਰਸ਼ਨ 9 ਨੰਬਰ ਦਾ ਆਉਂਦਾ ਹੈ, ਜਿਸ ਵਿੱਚ 2-2 ਨੰਬਰ ਦੇ ਪ੍ਰਸ਼ਨ ਹੁੰਦੇ ਹਨ, 4 ਪ੍ਰਸ਼ਨ 2-2 ਨੰਬਰ ਦੇ ਅਤੇ ਇੱਕ ਲਾਸਟ ਪ੍ਰਸ਼ਨ ਜਿਹੜਾ ਹੁੰਦਾ ਹੈ ਤੁਸੀਂ ਪੈਰੇ ਦਾ ਸਿਰਲੇਖ ਦੱਸਣਾ ਹੁੰਦਾ ਹੈ। ਇਟ ਮੀਨਸ ਵਾਰਤਕ ਭਾਗ ਤੁਹਾਨੂੰ 9 ਨੰਬਰ ਦਾ ਆਉਂਦਾ ਹੈ। ਅਤੇ ਕਾਵ ਟੁਕੜੀ ਜਿਸ ਵਿੱਚ 3 ਪ੍ਰਸ਼ਨ ਦਿੱਤੇ ਹੁੰਦੇ ਹਨ, ਉਹ 2-2 ਨੰਬਰ ਦੇ ਹੁੰਦੇ ਹਨ। ਕਵਿਤਾ ਨੂੰ ਪੜ੍ਹ ਕੇ ਤੁਸੀਂ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਹਨ। ਤੇ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਣਡਿੱਠਾ ਪੈਰਾ ਹੈ ਕੀ, ਇਸ ਦਾ ਕੀ ਅਰਥ ਹੈ। ਅਣਡਿੱਠੇ ਪੈਰੇ ਤੋਂ ਭਾਵ ਪਾਠਕ੍ਰਮ ਅਤੇ ਪਾਠ ਪੁਸਤਕ ਤੋਂ ਬਾਹਰੋਂ ਦਿੱਤੇ ਪੈਰੇ ਤੋਂ ਹੈ, ਭਾਵ ਕਿ ਇਹ ਤੁਹਾਡੀ ਟੈਕਸਟ ਬੁੱਕ ਦੇ ਵਿੱਚੋਂ ਨਹੀਂ ਹੁੰਦਾ, ਨਾ ਹੀ ਤੁਸੀਂ ਪਹਿਲੇ ਪੜ੍ਹਿਆ ਹੁੰਦਾ ਹੈ। ਅਣਡਿੱਠਾ ਪੈਰਾ ਵਿਦਿਆਰਥੀਆਂ ਦੀ ਪੜ੍ਹਨ ਯੋਗਤਾ ਵਧਾਉਣ ਅਤੇ ਤੇਜ਼ ਕਰਨ ਲਈ ਹੈ। ਕਹਿੰਦੇ ਕਿ ਅਣਡਿੱਠਾ ਪੈਰਾ ਕਿਸ ਦੇ ਲਈ ਹੈ ਕਿ ਇਸ ਨਾਲ ਬੱਚੇ ਦੀ ਰੀਡਿੰਗ ਸਕਿੱਲ ਵੱਧਦੀ ਹੈ, ਪੜ੍ਹਨ ਦੀ ਯੋਗਤਾ ਵੱਧਦੀ ਹੈ ਅਤੇ ਉਸ ਦੇ ਨਾਲ ਉਹਦਾ ਮਾਈਂਡ ਵੀ ਤੇਜ਼ ਹੁੰਦਾ ਹੈ, ਰੀਡਿੰਗ ਕਰਨ ਦੀ ਹੈਬਿਟ ਉਹਨੂੰ ਬਣ ਜਾਂਦੀ ਹੈ। ਇਸ ਨਾਲ ਵਿਦਿਆਰਥੀ ਕਿਸੇ ਰਚਨਾ ਦੀਆਂ ਬਰੀਕੀਆਂ ਨੂੰ ਸਮਝਣ ਦੇ ਯੋਗ ਬਣਦਾ ਹੈ। ਕਹਿੰਦੇ ਜਦੋਂ ਆਪਾਂ ਪੈਰਾ ਪੜ੍ਹਦੇ ਹਾਂ, ਜਿਸ ਪੈਰੇ ਬਾਰੇ ਆਪਾਂ ਨੂੰ ਪਹਿਲਾਂ ਹੀ ਪੜ੍ਹਿਆ ਹੁੰਦਾ ਹੈ, ਉਹਨੂੰ ਆਪਾਂ ਇੰਨੇ ਇੱਕਦਮ ਇੱਕ ਰੀਡਿੰਗ ਦੇ ਵਿੱਚ ਆਪਾਂ ਨੂੰ ਸਮਝ ਆ ਜਾਂਦਾ ਹੈ ਕਿ ਇਹ ਆਪਾਂ ਆਲਰੇਡੀ ਪਹਿਲੇ ਪੜ੍ਹਿਆ ਹੋਇਆ ਤੇ ਉਹਦੇ ਆਪਾਂ ਨੂੰ ਆਨਸਰ ਈਜ਼ੀਲੀ ਆ ਜਾਂਦੇ ਆ। ਅਣਡਿੱਠਾ ਮੀਨਸ ਜਿਹੜਾ ਤੁਸੀਂ ਪਹਿਲਾਂ ਪੈਰਾ ਨਹੀਂ ਪੜ੍ਹਿਆ, ਉਸ ਨੂੰ ਤੁਸੀਂ ਬੜੇ ਗੌਰ ਨਾਲ ਪੜ੍ਹਦੇ ਹੋ ਤੇ ਉਹਦੀ ਬਰੀਕੀਆਂ ਨੂੰ ਸਮਝਣ ਦੇ ਯੋਗ ਬਣ ਜਾਂਦੇ ਹੋ, ਕਿਉਂਕਿ ਉਹ ਚੀਜ਼ ਤੁਸੀਂ ਪਹਿਲੀ ਵਾਰ ਪੜ੍ਹੀ ਹੁੰਦੀ ਹੈ। ਪ੍ਰੀਖਿਆ ਵਿੱਚ ਅਣਡਿੱਠੇ ਪੈਰੇ ਦਾ ਪ੍ਰਸ਼ਨ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਦੀ ਕਿਸੇ ਵੀ ਰਚਨਾ ਦੇ ਅਰਥ ਗ੍ਰਹਿਣ ਕਰਨ ਦੀ ਯੋਗਤਾ ਦੀ ਪਰਖ ਹੋ ਸਕੇ। ਭਾਵ ਕਹਿੰਦੇ ਪੇਪਰ ਵਿੱਚ ਇਸ ਲਈ ਪ੍ਰਸ਼ਨ ਦਿੱਤਾ ਜਾਂਦਾ ਹੈ ਕਿ ਇੱਥੋਂ ਬੱਚੇ ਨੂੰ ਜੱਜ ਕੀਤਾ ਜਾਂਦਾ ਹੈ ਕਿ ਉਹ ਦੀ ਰੀਡਿੰਗ ਸਕਿੱਲ ਕਿੰਨੀ ਕੁ ਅੱਛੀ ਹੈ, ਕਿੰਨੀ ਕੁ ਉਹਦੇ ਵਿੱਚ ਯੋਗਤਾ ਹੈ ਕਿ ਉਹ ਜਿਹੜੇ ਪੈਰੇ ਵਿੱਚ ਸ਼ਬਦ ਦਿੱਤੇ ਨੇ ਉਹਨਾਂ ਦੇ ਅਰਥ ਸਮਝਣ ਦੀ ਉਹਦੀ ਯੋਗਤਾ ਕਿੰਨੀ ਕੁ ਹੈ। ਇਸ ਲਈ ਪੈਰੇ ਦੇ ਕੇ ਉਸ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਹਨ। ਇਸ ਤਰ੍ਹਾਂ ਇੱਕ ਪੈਰਾ ਦੇ ਕੇ ਫਿਰ ਉਸ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਨੇ ਤੇ ਜਿਨ੍ਹਾਂ ਦੇ ਤੁਹਾਨੂੰ ਉੱਤਰ ਦੇਣੇ ਪੈਂਦੇ ਹਨ। ਹੁਣ ਕਹਿੰਦੇ ਅਣਡਿੱਠੇ ਪੈਰੇ ਨੂੰ ਹੱਲ ਕਰਨ ਲਈ ਜ਼ਰੂਰੀ ਗੱਲਾਂ, ਮਤਲਬ ਜਦੋਂ ਹੱਲ ਕਰਨਾ ਮੀਨਸ ਜਦੋਂ ਅਸੀਂ ਪ੍ਰਸ਼ਨਾਂ ਦੇ ਉੱਤਰ ਲੱਭਣੇ ਨੇ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਦਿੱਤੇ ਗਏ ਪੈਰੇ ਨੂੰ ਧਿਆਨ ਨਾਲ ਪੜ੍ਹੋ। ਸਭ ਤੋਂ ਪਹਿਲਾਂ ਉਹਨੂੰ ਬੜੇ ਹੀ ਧਿਆਨ ਨਾਲ ਗੌਰ ਨਾਲ ਪੜ੍ਹਨਾ ਚਾਹੀਦਾ ਹੈ। ਘੱਟੋ ਘੱਟ 2 ਵਾਰ ਜ਼ਰੂਰ ਪੜ੍ਹੋ। ਕਹਿੰਦੇ ਜੇ ਤੁਹਾਨੂੰ ਇੱਕ ਵਾਰ ਨਹੀਂ ਸਮਝ ਆਉਂਦਾ, ਉਹਨੂੰ 2 ਵਾਰ ਪੜ੍ਹੋ, 3 ਵਾਰ ਪੜ੍ਹੋ, ਤਾਂ ਜੋ ਪੈਰੇ ਦਾ ਹਰ ਵਾਕ ਚੰਗੀ ਤਰ੍ਹਾਂ ਸਮਝ ਆ ਜਾਵੇ। ਇੱਕ ਵਾਰ ਆਪਾਂ ਰੀਡਿੰਗ ਕਰਦੇ ਹਾਂ, ਆਪਾਂ ਨੂੰ ਨਹੀਂ ਸਮਝ ਆਉਂਦਾ, ਫਿਰ ਉਸ ਨੂੰ ਦੁਬਾਰਾ ਪੜ੍ਹੋ ਤਾਂ ਤੁਹਾਨੂੰ ਹਰ ਸ਼ਬਦ ਦੇ ਅਰਥ ਸਪਸ਼ਟ ਹੋ ਜਾਣਗੇ। ਇਸੇ ਤਰ੍ਹਾਂ ਪ੍ਰਸ਼ਨ ਵੀ ਧਿਆਨ ਨਾਲ ਪੜ੍ਹੋ ਤੇ ਜਿਹੜੇ ਪ੍ਰਸ਼ਨ ਪੁੱਛੇ ਜਾਂਦੇ ਉਹਨਾਂ ਵੀ ਬੜੇ ਗੌਰ ਨਾਲ ਪੜ੍ਹੋ। ਪ੍ਰਸ਼ਨਾਂ ਦੇ ਉੱਤਰਾਂ ਨਾਲ ਸੰਬੰਧਿਤ ਨੁਕਤੇ ਅਭਿਆਸ ਕਰਦੇ ਸਮੇਂ ਰੇਖਾਂਕਿਤ ਕਰ ਲਓ। ਮਤਲਬ ਜਦੋਂ ਪ੍ਰਸ਼ਨ ਜਿਹੜੇ ਨੀਚੇ ਦਿੱਤੇ ਹੋਏ ਨੇ, ਜਦੋਂ ਆਪਾਂ ਉਹਨਾਂ ਦੀ ਪ੍ਰੈਕਟਿਸ ਕਰਨੀ ਹੈ, ਪ੍ਰਸ਼ਨ ਪੜ੍ਹੋ ਤੇ ਪੈਰੇ ਦੇ ਵਿੱਚ ਉਹਦੇ ਨਾਲ ਰਿਲੇਟਿਡ ਜਿਹੜਾ ਆਨਸਰ ਹੈ ਉਹਨੂੰ ਮੇਨ ਵਰਡਸ ਨੂੰ ਅੰਡਰਲਾਈਨ ਕਰੋ। ਰੇਖਾਂਕਿਤ ਮੀਨਸ ਅੰਡਰਲਾਈਨ ਕਰੋ। ਪ੍ਰੀਖਿਆ ਵਿੱਚ ਰੇਖਾਂਕਿਤ ਨਾ ਕਰਕੇ ਕੇਵਲ ਸਮਝ ਲਓ। ਕਹਿੰਦੇ ਜੇ ਤੁਸੀਂ ਖੁਦ ਘਰੇ ਪ੍ਰੈਕਟਿਸ ਕਰ ਰਹੇ ਹੋ ਜਾਂ ਸਕੂਲ ਵਿੱਚ ਕਰ ਰਹੇ ਹੋ ਤਾਂ ਉਹਨਾਂ ਨੂੰ ਅੰਡਰਲਾਈਨ ਕਰੋ, ਬਟ ਪੇਪਰ ਦੇ ਟਾਈਮ ਉਹਨੂੰ ਮਾਈਂਡ ਵਿੱਚ ਰੱਖੋ, ਚੰਗੀ ਤਰ੍ਹਾਂ ਸਮਝ ਲਓ, ਉੱਥੇ ਅੰਡਰਲਾਈਨ ਨਹੀਂ ਕਰਨਾ। ਉੱਤਰ ਪੈਰੇ ਵਿੱਚ ਜਿਉਂ ਦੇ ਤਿਉਂ ਜ਼ਰੂਰੀ ਨਹੀਂ। ਕਹਿੰਦੇ ਜਿਹੜੇ ਤੁਸੀਂ ਆਨਸਰ ਦੇ ਰਹੇ ਹੋ ਪੈਰੇ ਦੇ ਵਿੱਚੋਂ ਪੜ੍ਹ ਕੇ ਪ੍ਰਸ਼ਨਾਂ ਦੇ, ਉਹ ਇਹ ਜ਼ਰੂਰੀ ਨਹੀਂ ਕਿ ਐਜ਼ ਇਟ ਇਜ਼ ਤੁਸੀਂ ਪੈਰੇ ਦੇ ਵਿੱਚੋਂ ਹੀ ਉਹੀ ਲਾਈਨਾਂ ਲਿਖ ਦਿਓ, ਉਹਨੂੰ ਤੁਸੀਂ ਚੇਂਜ ਕਰਕੇ ਮੋਲਡ ਕਰਕੇ ਵੀ ਲਿਖ ਸਕਦੇ ਹੋ।
ਭਾਸ਼ਾ ਆਪਣੀ ਹੋ ਸਕਦੀ ਹੈ, ਪਰ ਮੂਲ ਵਿਚਾਰ ਪੈਰੇ ਦੇ। ਕਹਿੰਦੇ ਲੈਂਗੁਏਜ ਤੁਸੀਂ ਆਪਣੀ ਯੂਜ਼ ਕਰ ਸਕਦੇ ਹੋ ਲਿਖਣ ਲਈ, ਬਟ ਜਿਹੜੇ ਵਿਚਾਰ ਨੇ ਪੈਰੇ ਦੇ ਨਾਲ ਰਿਲੇਟਡ ਹੀ ਹੋਣੇ ਚਾਹੀਦੇ ਨੇ। ਜੇਕਰ ਬਹੁ ਵਿਕਲਪੀ ਉੱਤਰ ਚੁਣਨਾ ਹੋਵੇ ਤਾਂ ਭਾਸ਼ਾ ਉਹੀ ਹੋਵੇਗੀ ਜੋ ਚੋਣ ਵਿੱਚ ਦਿੱਤੀ ਗਈ ਹੈ। ਬਹੁ ਵਿਕਲਪੀ ਮੀਨਸ MCQ, ਜਿਹੜੇ ਮਲਟੀਪਲ ਚੋਇਸ ਕੁਐਸਚਨਸ ਹੁੰਦੇ ਨੇ। ਕਹਿੰਦੇ ਜੇ ਉਹ ਪ੍ਰਸ਼ਨ ਆਉਂਦੇ ਨੇ ਤਾਂ ਉਹਦੇ ਵਿੱਚ ਤੁਹਾਨੂੰ ਲੈਂਗੁਏਜ ਉਹੀ ਲੈਣੀ ਪਏਗੀ ਜਿਹੜੀ ਤੁਹਾਨੂੰ ਐਜ਼ ਇਟ ਇਜ਼ ਉਹਦੇ ਵਿੱਚ ਦਿੱਤੀਆਂ ਹੋਈਆਂ ਨੇ, ਆਪਸ਼ਨਸ ਦਿੱਤੀਆਂ ਹੋਈਆਂ ਨੇ। ਉੱਤਰ ਸਾਫ਼, ਸਪਸ਼ਟ ਅਤੇ ਸਿੱਧੇ ਹੋਣ। ਮਤਲਬ ਜਿਹੜਾ ਤੁਸੀਂ ਆਨਸਰ ਲਿਖ ਰਹੇ ਹੋ ਜ਼ਿਆਦਾ ਘੁਮਾ ਫਿਰਾ ਕੇ ਨਹੀਂ ਲਿਖਣਾ ਕਿ ਐਗਜ਼ਾਮੀਨਰ ਨੂੰ ਸਮਝ ਹੀ ਨਾ ਆਵੇ ਜਿਹੜਾ ਚੈੱਕ ਕਰ ਰਿਹਾ ਹੈ, ਠੀਕ ਹੈ। ਉਹ ਬਹੁਤ ਕਲੀਅਰ, ਸਪਸ਼ਟ ਤੇ ਸਰਲ ਹੋਣੇ ਚਾਹੀਦੇ ਨੇ। ਭੁਲੇਖਾ ਪਾਓ ਨਹੀਂ, ਮਤਲਬ ਟੀਚਰ ਹੀ ਡਾਊਟ ਵਿੱਚ ਨਾ ਪੈ ਜਾਏ ਕਿ ਇਹ ਲਿਖਿਆ ਕੀ ਹੈ। ਪੂਰਾ ਪੈਰਾ ਉੱਤਰ ਪੱਤਰੀ ਤੇ ਨਹੀਂ ਲਿਖਣਾ। ਜਦੋਂ ਤੁਸੀਂ ਆਨਸਰ ਕਰਨ ਲੱਗੇ ਹੋ ਕੀ ਹੈ, ਤੁਸੀਂ ਸਿਰਫ ਪ੍ਰਸ਼ਨ ਤੇ ਉਹਦੇ ਉੱਤਰ ਲਿਖਣੇ ਨੇ, ਪੂਰਾ ਪੈਰਾ ਪੇਪਰ ਵਿੱਚ ਨਹੀਂ ਲਿਖਣ ਲੱਗ ਜਾਣਾ। ਪੈਰੇ ਵਿਚਲੇ ਔਖੇ ਸ਼ਬਦਾਂ ਦੇ ਅਰਥ ਪੈਰੇ ਦੇ ਭਾਵ ਅਨੁਸਾਰ ਹੋਣੇ ਚਾਹੀਦੇ ਹਨ। ਕਹਿੰਦੇ ਜਿਹੜੇ ਪੈਰੇ ਦੇ ਵਿੱਚ ਔਖੇ ਸ਼ਬਦ ਦਿੱਤੇ ਗਏ ਨੇ ਉਹਨਾਂ ਦੇ ਜਿਹੜੇ ਅਰਥ ਨੇ ਪੈਰੇ ਦੇ ਅਨੁਸਾਰ ਹੋਣੇ ਚਾਹੀਦੇ ਨੇ, ਨਾ ਕਿ ਉਸ ਤੋਂ ਅਲੱਗ। ਜੋ ਸਿਰਲੇਖ ਪੁੱਛਿਆ ਗਿਆ ਹੋਵੇ ਤਾਂ ਜੋ ਸਭ ਤੋਂ ਢੁਕਵਾਂ ਹੋਵੇ, ਸਮੁੱਚੇ ਪੈਰੇ ਦੇ ਭਾਵ ਪ੍ਰਗਟ ਕਰਦਾ ਹੋਵੇ, ਉਹੀ ਚੁਣਨਾ ਚਾਹੀਦਾ ਹੈ। ਕਹਿੰਦੇ ਸਿਰਲੇਖ ਮਿਸ ਟਾਈਟਲ ਉਹੀ ਹੁੰਦਾ ਹੈ ਜਿਹੜਾ ਪੈਰੇ ਨੂੰ ਪ੍ਰੋਪਰ ਰਿਪਰੈਜ਼ੈਂਟ ਕਰੇ ਕਿ ਇਹ ਪੈਰਾ ਕਿਸ ਟੌਪਿਕ ਨਾਲ ਰਿਲੇਟਡ ਹੈ। ਕਹਿੰਦੇ ਉਹ ਪ੍ਰੋਪਰ ਢੁਕਵਾਂ। ਕਈ ਵਾਰ ਕੀ ਹੁੰਦਾ, ਪੈਰੇ ਦੇ 2-3 ਆਨਸਰ ਨਿਕਲ ਰਹੇ ਹੁੰਦੇ ਨੇ, ਆਪਾਂ ਨੂੰ ਡਾਊਟ ਹੁੰਦਾ, ਪਰ ਜਿਹੜਾ ਪ੍ਰੋਪਰ ਪਰਫੈਕਟ ਢੁਕਵਾਂ ਹੋਵੇ ਉਹੀ ਟਾਈਟਲ ਦੇਣਾ ਚਾਹੀਦਾ। ਇੱਕ ਤੋਂ ਵਧੇਰੇ ਉੱਤਰ ਨਹੀਂ ਲਿਖਣੇ, ਨਹੀਂ ਤਾਂ ਇੱਕ ਠੀਕ ਹੋਣ ਦੀ ਸੂਰਤ ਵਿੱਚ ਵੀ ਅੰਕ ਨਹੀਂ ਮਿਲਣਗੇ। ਕਹਿੰਦੇ ਕਈ ਵਾਰ ਆਪਾਂ ਨੂੰ ਹੁੰਦਾ ਹੈ ਇਹ ਵੀ ਆਨਸਰ ਠੀਕ ਹੈ, ਚਲੋ ਦੂਜਾ ਵੀ ਲਿਖ ਦਿਓ, ਪਰ ਨਹੀਂ। ਕਹਿੰਦੇ ਆਨਸਰ ਇੱਕੋ ਲਿਖਣਾ ਹੈ ਤਾਂ ਹੀ ਉਹਦੇ ਨੰਬਰ ਮਿਲਣਗੇ। ਜੇ ਤੁਸੀਂ ਇੱਕ ਕੁਐਸਚਨ ਦੇ 2-3 ਆਨਸਰ ਬਣਾ ਕੇ ਲਿਖਤੇ ਤਾਂ ਤੁਹਾਨੂੰ ਇੱਕ ਵੀ ਨੰਬਰ ਨਹੀਂ ਮਿਲੇਗਾ। ਪ੍ਰਸ਼ਨਾਂ ਦੇ ਉੱਤਰ ਵਿਚਾਰਾਂ ਦੇ ਦਾਇਰੇ ਵਿੱਚ ਰਹਿ ਕੇ ਹੀ ਦਿੱਤੇ ਜਾਣ। ਜਿਹੜੇ ਪ੍ਰਸ਼ਨ ਦਿੱਤੇ ਗਏ ਨੇ ਉਹਨਾਂ ਦੇ ਜਿਹੜੇ ਆਪਾਂ ਆਨਸਰ ਲਿਖਣੇ ਹੈ, ਉਹ ਜੋ ਚੀਜ਼ ਪੁੱਛੀ ਗਈ ਹੈ ਐਗਜ਼ੈਕਟ ਉਹਦਾ ਮੀਨਿੰਗ ਹੀ ਲਿਖਣਾ ਚਾਹੀਦਾ। ਉਸਦੇ ਵਿਚਾਰਾਂ ਦੇ ਦਾਇਰੇ ਵਿੱਚ ਜੋ ਚੀਜ਼ ਪੁੱਛੀ ਗਈ ਹੈ ਉਹਦੇ ਅਕੋਰਡਿੰਗ ਹੀ ਆਨਸਰ ਦਿਓ। ਫालतू ਆਪਣੇ ਕੋਲੋਂ ਜ਼ਿਆਦਾ ਐਡ ਨਾ ਕਰੋ। ਜੇ ਕੁਝ ਕਰ ਵੀ ਰਹੇ ਹੋ ਉਹ ਤੁਹਾਡੇ ਪੈਰੇ ਦੇ ਨਾਲ ਰਿਲੇਟਡ ਹੀ ਹੋਣਾ ਚਾਹੀਦਾ ਹੈ, ਅਰਥਾਤ ਆਪਣੇ ਕੋਲੋਂ ਕੁਝ ਵੀ ਨਾ ਲਿਖਿਆ ਜਾਵੇ। ਧੰਨਵਾਦ।